ਮੇਰਾਂ ਦਿਆ ਸਾਈਆਂ ਮਿਹਰ ਕਰੀ, 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 ਮੇਰਾਂ ਦਿਆ ਸਾਈਆਂ ਮਿਹਰ ਕਰੀ। ਅਸੀਂ ਤੇਰੀ ਮਿਹਰ ਨਾਲ ਤਰਨਾ, ਮੇਰਾਂ ਦਿਆ ਸਾਈਆਂ ਮਿਹਰ ਕਰੀ, ਮੇਰਾਂ ਦਿਆ ਸਾਈਆਂ ਮਿਹਰ ਕਰੀ। ਅਸੀਂ ਤੇਰੀ ਮਿਹਰ ਨਾਲ ਤਰਨਾ, ਮੇਰਾਂ ਦਿਆ ਸਾਈਆਂ ਮਿਹਰ ਕਰੀ, ਮੇਰਾਂ ਦਿਆ ਸਾਈਆਂ ਮਿਹਰ ਕਰੀ। ਅਸੀਂ ਤੇਰੀ ਮਿਹਰ ਨਾਲ ਤਰਨਾ, ਮੇਰਾਂ ਦਿਆ ਸਾਈਆਂ ਮਿਹਰ ਕਰੀ, ਮੇਰਾਂ ਦਿਆ ਸਾਈਆਂ ਮਿਹਰ ਕਰੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਿਕਾਰਯੋਗ ਗੁਰਾਂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦਿਆਂ ਹਜੂਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਸਾਡੇ ਸਾਰਿਆਂ ਉੱਤੇ। ਗੁਰੂ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਅੰਦਰ ਅੰਮ੍ਰਿਤ ਵੇਲੇ ਸ੍ਰੀ ਅਸੀ ਦੀ ਵਾਰ ਦਾ ਕੀਰਤਨ ਨਿਤਨੇਮ ਤੇ ਨਾਲ ਕੁਝ ਕੁ ਸਮਾਂ ਗੁਰੂ ਦੀ ਤੇ ਗੁਰੂ ਦੇ ਸ਼ਬਦ ਦੀ, ਗੁਰੂ ਦੇ ਇਤਿਹਾਸ ਦੀ ਵਿਚਾਰ ਹੋ ਜਾਂਦੀ ਹੈ। ਇੱਕ ਸ਼ਬਦ ਦੀ ਵਿਚਾਰ ਹੁੰਦੀ ਹੈ, ਇੱਕ ਇਤਿਹਾਸਕ ਵਿਚਾਰ ਹੁੰਦੀ ਹੈ। ਪਰ ਚਲੋ ਜਿੰਨੀ ਕੁ ਦਾਤਾ ਬੁੱਧ ਬਖਸ਼ਦਾ ਹੈ, ਆਪਾਂ ਦੋਨੇ ਹੀ ਸਾਂਝੀਆਂ ਰਲ ਕੇ ਕਰ ਲੈਂਦੇ ਹਾਂ। ਮਹਾਰਾਜ ਜੀ ਫਰਮਾਨ ਕਰਦੇ ਨੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਣਾਏ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਣਾਏ। ਮਹਾਰਾਜ ਬਹੁਤੇ ਯੁੱਗ ਹੋ ਗਏ ਮੈਨੂੰ ਫਿਰਦੇ ਨੂੰ, ਹੁਣ ਕਿਰਪਾ ਕਰੋ ਆਪਣੀ ਚਲਣੀ ਲਾਓ, ਆਪਣੀ ਭਗਤੀ ਲਾ ਲਓ। ਕਿਉਂਕਿ ਜਦੋਂ ਮਨੁੱਖ ਭਟਕਦਾ ਫਿਰਦਾ ਹੈ, ਜਦੋਂ ਉਹਨੂੰ ਕੋਈ ਕਿਨਾਰਾ ਨਹੀਂ ਮਿਲਦਾ ਤੇ ਉਸ ਵਕਤ ਮਨੁੱਖ ਬਹੁਤਾ ਜਿਹੜਾ ਤੜਫਦਾ ਹੈ। ਜਦੋਂ ਉਹਨੂੰ ਕਿਨਾਰਾ ਮਿਲ ਜਾਵੇ ਜਾਂ ਢਾਲਸ ਮਿਲ ਜਾਵੇ ਕਿਸੇ ਦੀ, ਫਿਰ ਮਹਾਰਾਜ ਜੀ ਕਹਿਣ ਲੱਗੇ ਉਹ ਮਨੁੱਖ ਜਿਹੜਾ ਬੜਾ ਸੁਖੀ ਹੋ ਜਾਂਦਾ ਹੈ। ਜਿਹਨੂੰ ਗੁਰੂ ਦੀ ਢਾਲਸ ਮਿਲ ਜਾਵੇ, ਗੁਰੂ ਦਾ ਸਹਾਰਾ ਮਿਲ ਜਾਵੇ, ਉਦੋਂ ਫਿਰ ਸਾਰੇ ਸਹਾਰੇ ਜਿਤਨੇ ਵੀ ਕਿਸੇ ਦਾ ਆਸਰਾ ਹੋ ਪਿੱਛੇ ਰਹਿ ਜਾਂਦਾ ਹੈ। ਗੁਰੂ ਦਾ ਆਸਰਾ, ਗੁਰੂ ਦਾ ਸਹਾਰਾ ਇੱਕ ਮੇਨ ਹੈ। ਮਹਾਰਾਜ ਜੀ ਕਹਿੰਦੇ ਜਿਹਨੂੰ ਗੁਰੂ ਆਸਰਾ ਦੇ ਦੇਵੇ ਨਾ, ਸਤਿਗੁਰ ਕੀ ਓਟ, ਦੂਜਾ ਫਿਰ ਜਿਤਨਾ ਵੀ ਦੁਨਿਆਵੀ ਧੰਦੇ ਧੰਦਾਰ ਨੇ ਉਹ ਸਾਰੇ ਪਿੱਛੇ ਰਹਿ ਜਾਂਦੇ ਹਨ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੇ ਫਿਰਦੇ ਭਟਕਦੇ ਫਿਰਦੇ, ਫਿਰਤ ਫਿਰਤ ਪ੍ਰਭ ਆਇਆ, ਸਾਰੇ ਦੁਆਰਿਆਂ ਤੋਂ ਘੁੰਮ ਘੁਮਾ ਕੇ ਆਇਆ। ਦੇਖ ਲਿਆ ਉੱਥੇ ਵੀ ਜਾ ਕੇ ਦੇਖ ਲਿਆ, ਉੱਥੇ ਵੀ ਜਾ ਕੇ ਦੇਖ ਲਿਆ, ਕਿਤੇ ਕੁਛ ਪ੍ਰਾਪਤ ਨਾ ਹੋਇਆ। ਫਿਰ ਮਹਾਰਾਜ ਜੀ ਕਹਿੰਦੇ ਪਰਿਆ ਤਉ ਸ਼ਰਣਾਏ, ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ। ਤੇ ਹੁਣ ਕਰ ਕੀ ਕਿਰਪਾ, ਮਹਾਰਾਜ ਦੀ ਚਲਣਾ ਵਿੱਚ ਆ ਕੇ ਅਰਜ਼ ਕਰੀ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ। ਨਾਨਕ ਕੀ ਪ੍ਰਭ ਬੇਨਤੀ, ਗੁਰੂ ਨਾਨਕ ਦੇ ਚਲਣਾ ਵਿੱਚ ਬੇਨਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਕੀ ਹੈ, ਆਪਣੀ ਭਗਤੀ ਲਾਏ, ਮੈਨੂੰ ਆਪਣੀ ਭਗਤੀ ਲਾ ਲਓ, ਆਪਣੀ ਚਰਨੀ ਲਾ ਲਓ। ਮੈਂ ਬੜੇ ਦੁਆਰਿਆਂ ਦੇ ਉੱਤੋਂ ਫਿਰ ਕੇ ਆ ਗਿਆ, ਪਰ ਮੇਰੀ ਕਿਤੋਂ ਵੀ ਮੁਰਾਦ ਜਿਹੜੀ ਉਹ ਪੂਰੀ ਨਹੀਂ ਹੋਈ ਹੈ। ਇਸ ਕਰਕੇ ਆਓ, ਸਤਿਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਜਦੋਂ ਮਨੁੱਖ ਥੱਕ ਹਾਰ ਕੇ ਆ ਜਾਂਦਾ ਨੇ ਦੁਆਰਿਆਂ ਤੋਂ, ਫਿਰ ਗੁਰੂ ਭਲਾ ਵੀ ਕਰ ਦਿੰਦਾ ਹੈ।
ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜੋਤ ਜਗਾ ਰਹੇ ਹਨ। ਜਦੋਂ ਮਹਾਰਾਜ ਜੀ ਜੋਤ ਜਗਾਉਂਦੇ ਨੇ, ਦੂਰੋਂ ਦੂਰੋਂ ਸੰਗਤਾਂ ਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੀਆਂ ਹਨ। ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਜਿਹੜੀਆਂ ਉਹ ਨਾਮ ਦੀਆਂ ਦਾਤਾਂ, ਸਿੱਖੀ ਦੀਆਂ ਦਾਤਾਂ ਮੰਗਦੀ ਹੈ ਸੰਗਤ। ਪਰ ਚਲੋ ਚਲੋ ਜਿਸ ਦੀ ਭਾਵਨਾ ਹੈ ਉਸ ਅਨੁਸਾਰ ਉਹ ਜਾ ਕੇ ਅਰਜ਼ ਬੇਨਤੀ ਕਰਦਾ ਹੈ। ਪਰ ਉਸ ਧੰਨ ਕਲਗੀਧਰ ਦੇ ਚਰਨਾਂ ਦੇ ਵਿੱਚ ਵਿਦਵਾਨਾਂ ਨੇ ਦੋ ਭਾਈ ਮਹਾ ਸਿੰਘ ਮੰਨੇ ਨੇ। ਇੱਕ ਭਾਈ ਮਹਾ ਸਿੰਘ ਉਹ ਹੋਇਆ ਜਿਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਦਾਵਾ ਦਿੱਤਾ ਸੀ। ਇੱਕ ਭਾਈ ਮਹਾ ਸਿੰਘ ਹੋਰ ਗੁਰੂ ਦੇ ਪਵਿੱਤਰ ਚਰਨਾਂ ਦੇ ਵਿੱਚ ਹੋਇਆ ਜਿਸ ਭਾਈ ਮਹਾ ਸਿੰਘ ਨੇ ਆਪਣੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਦੋ ਹੀ ਅਰਜ਼ ਕਰਦਾ ਹੁੰਦਾ, ਗੁਰੂ ਘਰ ਦੇ ਵਿੱਚ ਦੋ ਹੀ ਚੀਜ਼ਾਂ ਪ੍ਰਧਾਨ ਨੇ, ਉਹ ਕੀ ਇੱਕ ਸੇਵਾ ਤੇ ਇੱਕ ਸਿਮਰਨ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਮਰਜ ਕਰੀਏ ਇੱਥੋਂ ਹੀ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨ ਆਏ। ਜਦੋਂ ਭਟਕ ਕੇ ਬੰਦਾ ਥੱਕ ਜਾਂਦਾ ਹੈ ਵੀ ਸਾਰੇ ਕਿਤੋਂ ਜਵਾਬ ਮਿਲ ਗਿਆ, ਤੇ ਫਿਰ ਮਨੁੱਖ ਕਹਿੰਦਾ ਚਲੋ ਹੁਣ ਗੁਰੂ ਘਰ ਜਾ ਕੇ, ਗੁਰਦੁਆਰੇ ਜਾ ਕੇ, ਘਰ ਵਿੱਚ ਪਾਠ ਪ੍ਰਕਾਸ਼ ਕਰਵਾ ਕੇ ਅਰਦਾਸ ਬੇਨਤੀ ਕਰੀਏ ਗੁਰੂ ਦੇ ਪਵਿੱਤਰ ਚਰਨਾਂ ਕਮਲਾਂ ਅੰਦਰ। ਭਾਈ ਮਹਾ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਗੁਰੂ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਪਹੁੰਚਿਆ। ਘਰ ਦੇ ਵਿੱਚ ਪਹਿਲਾਂ ਬੜੀਆਂ ਅਰਦਾਸਾਂ ਕਰੀਆਂ, ਬਹੁਤ ਕੁਝ ਕਰਿਆ। ਜਿੱਥੇ ਕੋਈ ਦੱਸਦਾ ਹੈ ਉੱਥੇ ਹੀ ਭਾਈ ਮਹਾ ਸਿੰਘ ਤੇ ਉਹਦੇ ਘਰ ਵਾਲੀ ਜਾਂਦੇ ਨੇ। ਕੀ ਕਾਰਨ, ਮਨ ਵਿੱਚ ਕੀ ਹੈ? ਘਰ ਵਿੱਚ ਪੁੱਤਰ ਦੀ ਜਿਹੜੀ ਦਾਤ ਪ੍ਰਾਪਤ ਹੋ ਜਾਵੇ। ਪੁੱਤੀ ਗੰਢ ਪਵੈ ਸੰਸਾਰ। ਜਿਹੜੀ ਉਮਰ ਵੀ ਉਹ ਬੀਤਦੀ ਜਾ ਰਹੀ ਹੈ। ਭਾਈ ਮਹਾ ਸਿੰਘ ਜੀ ਘਰ ਵਾਲੀ ਬੀਬੀ ਨੇ ਆਖਿਆ ਹੁਣ ਫਿਰ ਕਿਸੇ ਪਾਸਿਓਂ ਕੋਈ ਖੈਰ ਨਹੀਂ ਪਈ। ਜਿੱਧਰ ਨੂੰ ਉਸ ਮਾਤਾ ਨੂੰ ਕੋਈ ਦੱਸ ਪਾ ਦਿੰਦੇ ਨੇ ਉੱਧਰ ਨੂੰ ਮਾਂ ਚਲੀ ਜਾਂਦੀ ਹੈ। ਜਿੱਧਰ ਨੂੰ ਭਾਈ ਕੋਈ ਮਹਾ ਸਿੰਘ ਨੂੰ ਦੱਸ ਪਾਉਂਦਾ ਉੱਧਰ ਨੂੰ ਭਾਈ ਮਹਾ ਸਿੰਘ ਜੀ ਦਾ ਪਰਿਵਾਰ ਜਿਹੜਾ ਉਹ ਆਪ ਚਲਿਆ ਜਾਂਦਾ ਹੈ। ਕਈ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਾਉਣ ਵਾਲੇ ਸੀ ਉਹਨਾਂ ਕੋਲ ਚਲਿਆ ਗਿਆ ਭਾਈ ਮਹਾ ਸਿੰਘ। ਨਾ ਪੁੱਤਰ ਦੀ ਦਾਤ ਕਿਤੋਂ ਵੀ ਪ੍ਰਾਪਤ ਹੋਈ। ਜਦੋਂ ਉਹ ਕਿਤੋਂ ਵੀ ਪੁੱਤਰ ਦੀ ਦਾਤ ਨਾ ਪ੍ਰਾਪਤ ਹੋਈ ਤੇ ਜਿਹਨੇ ਕਿਸੇ ਕਹਿ ਦਿੱਤਾ ਵੀ ਆ ਜਿਹੜੀ ਰੂੜੀ ਚੱਲਦੀ ਇਹਦੇ ਉੱਤੇ ਵੀ ਦੀਵਾ ਜਗਾ ਕੇ ਵੇਖ ਲਓ, ਉੱਥੇ ਵੀ ਜਗਾ ਕੇ ਦੇਖ ਲਿਆ। ਭਾਈ ਮਹਾ ਸਿੰਘ ਨੂੰ ਕਹਿ ਦਿੱਤਾ ਕਿਸੇ ਨੇ, ਇਉਂ ਕਰ ਪੁੱਤਰ ਦੀ ਦਾਤ ਤਾਂ ਤੈਨੂੰ ਮਿਲ ਜੂਗੀ। ਉਹ ਪੁੱਤਰਾਂ ਦਾ ਦਾਨੀ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਕਿਹਾ ਜਾਂਦਾ ਨੇ ਪੁੱਤਰਾਂ ਕੇ ਦਾਨੀ। ਜਿਸ ਗੁਰੂ ਨੇ ਆਪਣੇ ਪੁੱਤਰ ਹੀ ਦਾਨ ਕਰ ਦਿੱਤੇ ਸਿੱਖ ਕੌਮ ਦੇ ਉੱਤੋਂ ਦੀ, ਤੂੰ ਉਸ ਗੁਰੂ ਦੇ ਚਰਨਾਂ ਦੇ ਵਿੱਚ ਕਿਤੇ ਅਰਦਾਸ ਬੇਨਤੀ ਕਰਕੇ ਵੇਖ ਲਾ, ਉਹ ਤੇਰੀ ਝੋਲੀ ਭਰ ਜੂਗੀ। ਜਿਸ ਘਰ ਦੀਵਾ ਨਾ ਬਲੇ, ਨਾ ਘਰ ਖੇਡੇ ਬਾਲ, ਉਸ ਘਰ ਕਾ ਕਿਆ ਦੰਜਨਾ ਜੋ ਆਪ ਦੰਜਿਆ ਕਰਤਾਰ। ਇਸ ਕਰਕੇ ਤੂੰ ਦੇਖ ਬੇਨਤੀ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਤੇਰੀ ਅਰਜ਼ ਮਨਜ਼ੂਰ ਕਰ ਲੂਗਾ। ਭਾਈ ਮਹਾ ਸਿੰਘ ਨੇ ਆਪਣੇ ਚਰਨਾਂ ਵਿੱਚ ਜੋੜਾ ਉਤਾਰ ਦਿੱਤਾ। ਇਸ਼ਨਾਨ ਧਿਆਨ ਕਰਿਆ, ਆਨੰਦਪੁਰ ਸਾਹਿਬ ਦੀ ਧਰਤੀ ਕੰਨੀ ਮੁਖ ਕਰਕੇ ਫਿਰ ਉਹਨੇ ਅਰਦਾਸ ਬੇਨਤੀ ਕਰ ਦਿੱਤੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ। ਕਰਨ ਵਾਲਾ ਵੀ ਸਹੀ ਹੋਵੇ ਤੇ ਕਰਾਉਣ ਵਾਲਾ ਵੀ। ਕਰਾਉਣ ਵਾਲਾ ਇਹ ਨਾ ਹੋਵੇ ਵੀ ਮੈਂ ਆਪਣੇ ਹੰਕਾਰ ਦੇ ਵਿੱਚ ਹੋ ਗਏ, ਆਪਣੇ ਘਮੰਡ ਵਿੱਚ ਹੋਵੇ। ਮਹਾਰਾਜ ਜੀ ਕਹਿਣ ਲੱਗੇ ਇਸ ਦਰ ਦੇ ਉੱਤੇ ਜਿਹੜਾ ਵੀ ਆਵੇ ਨਾ, ਉਹ ਨਿਮਰਤਾ ਧਾਰ ਕੇ ਪਿਆਰ ਦੇ ਵਿੱਚ ਆਵੇ। ਉਹਦੇ ਵਾਸਤੇ ਦਰਵਾਜ਼ੇ ਖੁੱਲੇ ਨੇ। ਜੇ ਕੋਈ ਦੂਜੇ ਲੋਟ ਆਉਂਦਾ ਨਾ ਭਾਵਨਾ ਲੈ ਕੇ, ਫਿਰ ਗੁਰੂ ਜੀ ਕਹਿਣ ਲੱਗੇ ਚਾਰੇ ਗੇਟਾਂ ਦੇ ਨਾਲ ਟੰਬੇ ਲਾ ਕੇ ਰੱਖੋ। ਕਹਿੰਦੇ ਫਿਰ ਕਿਉਂ? ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਆਪ ਵਰਦਨ ਬਾ ਸ਼ਮਸ਼ੀਰ ਦਸਤ। ਮਹਾਰਾਜ ਜੀ ਕਹਿਣ ਲੱਗੇ ਕਈ ਲੋਕ ਹੁੰਦੇ ਨੇ ਹੱਥ ਬੰਨਿਆ ਤੋਂ ਨਹੀਂ ਮੁੜਦੇ। ਮਹਾਰਾਜ ਜੀ ਕਹਿੰਦੇ ਉਹਨਾਂ ਵਾਸਤੇ ਫਿਰ ਤਲਵਾਰ ਚੁੱਕ ਲੈਣੀ ਜਾਇਜ਼ ਹੈ।
ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀ। ਭਾਈ ਮਹਾਂ ਸਿੰਘ ਨੇ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਜਾਂ ਤਾਂ ਘਰ ਦੇ ਵਿੱਚ ਪੁੱਤਰ ਦੀ ਦਾਤ ਦੇ ਦਿਓ, ਤੇ ਨਹੀਂ ਫਿਰ ਸਾਨੂੰ ਇਹ ਜਗ ਸੰਸਾਰ ਤੋਂ ਸਦਾ ਵਾਸਤੇ ਜਿਹੜਾ ਉਹ ਪਾਸੇ ਕਰ ਦਿਓ। ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਖਤਾਂ ਤੇ ਬੈਠੇ, ਅਰਦਾਸ ਮਨਜ਼ੂਰ ਹੋ ਗਈ। ਉਧਰ ਘਰ ਵਾਲੀ ਬੀਬੀ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ ਦੇ, ਉਹਨੇ ਵੀ ਅਰਦਾਸ ਕਰੀ। ਚਲੋ ਉਹਨਾਂ ਦੇ ਘਰ ਦੇ ਵਿੱਚ ਪਰਮਾਤਮਾ ਨੇ ਪੁੱਤਰ ਦੀਆਂ, 2 ਪੁੱਤਰਾਂ ਦੀਆਂ ਦਾਤਾਂ ਦੇ ਦਿੱਤੀਆਂ। ਹੁਣ ਘਰ ਵਿੱਚ ਜਿਹੜਾ ਜਦੋਂ ਪੁੱਤਰ ਪੈਦਾ ਹੋ ਗਏ ਨਾ, ਸਿੱਖ ਤੇ ਸਿੱਖਣੀ ਦੇ ਦੋਨਾਂ ਦੇ ਮਨ ਦੇ ਵਿੱਚ ਉਹ ਕਹਿਣ ਲੱਗੀ, ਮੈਂ ਇਧਰਲੇ ਪਾਸੇ ਗਈ ਸੀ ਤਾਂ ਪੁੱਤਰ ਪ੍ਰਾਪਤ ਹੋਇਆ। ਭਾਈ ਮਹਾਂ ਸਿੰਘ ਕਹਿਣ ਲੱਗਿਆ, ਮੈਂ ਕਲਗੀਆਂ ਵਾਲੇ ਦੇ ਚਲਨਾਂ ਦੇ ਵਿੱਚ ਰੋਜ਼ ਅਰਦਾਸ ਬੇਨਤੀ ਕਰਦਾ ਸੀ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਸਾਨੂੰ ਪੁੱਤਰ ਦੀ ਦਾਤ ਦੇ ਦਿਓ। ਉਹ ਕਹਿਣ ਲੱਗੀ, ਆਪਾਂ ਜਿੱਥੇ ਮੈਂ ਸੁਖਿਆ ਉਸ ਲਾਲਾਂ ਵਾਲੇ ਦੇ ਜਾਣਾ ਹੈ। ਭਾਈ ਮਹਾਂ ਸਿੰਘ ਕਹਿਣ ਲੱਗਿਆ, ਮੈਂ ਪੁੱਤਰਾਂ ਦੇ ਦਾਨੀ ਕੋਲੇ ਜਾਣਾ ਹੈ, ਮੈਨੂੰ ਉੱਥੋਂ ਦਾਤ ਪ੍ਰਾਪਤ ਹੋਈ ਹੈ। ਮਹਾਰਾਜ ਜੀ ਕਹਿਣ ਲੱਗੇ, ਦਾਤ ਲੈ ਕੇ ਮਨੁੱਖ ਕੀ ਹੁੰਦਾ? ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਾ ਨਹੀਂ ਮਰਨ ਵਿਚਾਰਾ। ਕਹਦੇ ਦਾਤ ਪਰਮਾਤਮਾ ਤੋਂ ਮੰਗਣੀ ਚਾਹੀਦੀ ਆ, ਰੋਜ਼ ਆ ਕੇ ਕਹਿਣਾ ਚਾਹੀਦਾ ਸੱਚੇ ਪਾਤਸ਼ਾਹ ਦੇ ਚਲਨਾਂ ਵਿੱਚ, ਜੋ ਮੰਗ ਠਾਕੁਰ ਆਪਣੇ ਤੇ, ਮੰਗ ਠਾਕੁਰ ਆਪਣੇ ਤੇ, ਮੰਗੈ ਠਾਕੁਰ ਆਪਣੇ ਤੇ, ਜੋ ਮੰਗੈ ਠਾਕੁਰ ਆਪਣੇ ਤੇ, ਉਹ ਸੋਈ ਸੋਈ ਦੇਵ ਜੀ, ਸੋਈ ਸੋਈ ਦੇਵ ਜੀ, ਜੋ ਮੰਗ ਠਾਕੁਰ ਆਪਣੇ ਤੇ, ਜੋ ਮੰਗ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਜੋ ਮੰਗੈ ਠਾਕੁਰ ਆਪਣੇ ਤੇ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਜੋ ਮੰਗੈ ਠਾਕੁਰ ਆਪਣੇ ਤੇ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵ, ਜੋ ਮੰਗ ਠਾਕੁਰ ਆਪਣੇ ਤੇ, ਜੋ ਮੰਗ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਜੋ ਮੰਗੈ ਠਾਕੁਰ ਆਪਣੇ ਤੇ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਜੋ ਮੰਗੈ ਠਾਕੁਰ ਆਪਣੇ ਤੇ, ਮੰਗੈ ਠਾਕੁਰ ਆਪਣੇ ਤੇ, ਉਹ ਮੰਗ ਠਾਕੁਰ ਆਪਣੇ ਤੇ, ਸੋਈ ਸੋਈ ਦੇਵ। ਪਰਮਾਤਮਾ ਦੇ ਚਰਨਾਂ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ, ਸਾਡੇ ਮੰਗਣ ਕੰਨਿਓ ਜਿਹੜੀ ਦੇਰੀ ਹੋ ਸਕਦੀ ਹੈ, ਪਰ ਪਰਮਾਤਮਾ ਦੇ ਘਰ ਦੇ ਵਿੱਚ ਕੋਈ ਦੇਰੀ ਨਹੀਂ ਹੈ। ਉਹ ਤਾਂ ਤਿਆਰ ਪਰ ਤਿਆਰ ਬੈਠਾ ਹੈ। ਕਿਵੇਂ? ਸਦਾ ਅੰਗ ਸੰਗੇ ਅਭੰਗੰ ਬੇਬੂਤੇ। ਮਹਾਰਾਜ ਜੀ ਕਹਿੰਦੇ, ਸਿੱਖ ਦਾ ਹੀ ਕਦੇ ਕਦੇ ਮਨ ਜਿਹੜਾ ਉਹ ਡੋਲਾ ਖਾ ਜਾਂਦਾ ਹੈ, ਵੀ ਪਤਾ ਨਹੀਂ ਇੱਥੇ ਕੰਮ ਬਣੂਗਾ, ਪਤਾ ਨਹੀਂ। ਜੇ ਡੋਰੀ ਸੁੱਟ ਦਿੱਤੀ, ਜੇ ਹੀ ਕਹਿ ਦਿੱਤਾ ਸੱਚੇ ਪਾਤਸ਼ਾਹ ਇਹ ਮੇਰਾ ਕੰਮ ਮੈਂ ਹੋਰ ਤੋਂ ਨਹੀਂ ਕਰਾਉਣਾ, ਤੁਹਾਡੇ ਤੋਂ ਹੀ ਕਰਾਉਣਾ ਹੈ, ਫਿਰ ਦਾਤਾ ਜ਼ਰੂਰ ਸੁਣਦਾ ਹੈ। ਮਹਾਰਾਜ ਜੀ ਕਹਿਣ ਲੱਗਿਆ, ਸਿੱਖਾ ਤੇਰੀ ਭਾਵਨਾ ਇੰਨੀ ਕੁ ਗੁਰੂ ਉੱਤੇ ਵੱਜ ਜਾਵੇ, ਇੰਨੀ ਕੁ ਗੁਰੂ ਉੱਤੇ ਵੱਜ ਜਾਵੇ ਵੀ ਇਹ ਜਿਹੜਾ ਮੇਰਾ ਕਾਰਜ ਹੈ ਕੇਵਲ ਤੇ ਕੇਵਲ ਗੁਰੂ ਦੇ ਚਰਨਾਂ ਦੇ ਵਿੱਚੋਂ ਹੀ ਕਰਾਉਣਾ ਹੈ। ਮਹਾਰਾਜ ਜੀ ਕਹਿੰਦੇ ਫਿਰ ਤੈਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਂਦੀ। ਫਿਰ ਮਹਾਰਾਜ ਜੀ ਕਹਿੰਦੇ ਨੇ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕਹਿੰਦੇ ਫਿਰ ਦਾਤਾ ਖੁਸ਼ ਹੋ ਕੇ ਪਤਾ ਕੀ ਕਹਿੰਦਾ ਹੈ, ਜਦੋਂ ਬਾਰ-ਬਾਰ ਦਸਮ ਬੇਨਤੀ ਕਰੀਏ ਚੱਲੀਏ, ਫਿਰ ਦਾਤਾ ਖੁਸ਼ ਹੋ ਕੇ ਜਦੋਂ ਦਾਤੇ ਦੇ ਚਲਨਾਂ ਦੇ ਵਿੱਚ ਜਾ ਕੇ ਅਰਜ ਕਰ ਦਿੱਤੀ, ਸੱਚੇ ਪਾਤਸ਼ਾਹ ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ ਜੀ, ਸਾਨੂੰ ਆਪਣੀ ਭਗਤੀ ਲਾ ਲੋ, ਆਪਣੀ ਭਗਤੀ ਲਾ ਲੋ ਜੀ,
सानू अपनी भगती ला लो अपनी भगती ला लो जी सानू अपनी भगती ला लो अपनी भगती ला लो जी सानू अपनी भगती ला लो अपनी भगती ला लो जी 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 सानू अपनी भगती ला लो अपनी भगती ला लो जी सानू अपनी भगती ला लो अपनी भगती ला लो सानू अपनी भगती ला लो अपनी भगती ला लो सानू अपनी भगती ला लो अपनी भगती ला लो जी सानू अपनी भगती ला लो अपनी भगती ला लो जी सानू अपनी भगती ला लो जी फिरत प्रभ आया भया तो शरणाए नानक की प्रभ बेनती अपनी भगती लाए गुरु जी कृपा बख्शिश करते हैं पर हाँ कोई गुरु का बन के वेख बनना ही औखा है सब तो औखा ही बनना है जे किते इधरला एक पैर इधरली बेड़ी विच धर लिया एक पैर इधरली बेड़ी विच धर लिया फिर मनुख जिहड़ा वो पार नहीं जे हुंदा है एक बेड़ी विच सवार होके फिर सच्चे पातशाह महाराज जी कहन लगे जिहड़ा मनुख ये पार हो जाता है। हुण भाई महा सिंह जी मन विच बड़ी भावना है गुरु घर जाके कलगीधर पातशाह महाराज दे चलना भी जाके आनंदपुर साहब की धरती ते एक दिन नहीं महीना महीना सेवा करदा है। कहंदे सेवा करदे करदे इन्नी कु उच्ची सुरत हो गई भाई महा सिंह दी शुद्ध की ना शुद्ध रही बुद्ध की ना बुद्ध मत में ना मत है। कहंदे शुद्ध बुद्ध भुल गई शरीर दी सारी जे किते भांडे मांजन लग जांदा फिर इन्नी रीझ नाल भांडे मांजदा जिवें भाई जोगा सिंह जी भांडे मांजदा सी। छोटा बच्चा निक्का मर्द दे चलना विच भाई जोगा सिंह जी पहुंच गए माता पिता दे नाल कलगीधर पातशाह महाराज दे चलना विच मत्था टेक के बस एक बारी मत्था टेक दिता मुड़ के चुके ही नहीं है। माता पिता ने छुट्टी मंगी महाराज सानू दे दिओ जाण वास्ते इजाजत दे दिओ ते साडे पुत्तर नूं भी भेज दिओ भाई जोगा सिंह नूं। बारा कहन लगे पुछ लो जे जांदा तां गुरु दी मेहर होगी। बस कहन लग्या हुण मैं तां अपना तन मन सारा गुरु नूं तन मन धन सब सौंप गुरु को हुक्म मन्नीए पाई है। बस मैं अपना तन ते मन धन सारा गुरु नूं अर्पण कर दिता हुण मैं इत्थे सेवा करूँगा। मारा कहन लगे भाई जोगा सिंह सेवा बहुत औखी है किवें हुंदी है। आप सवारे मैं मिलां मैं मिलिया सुकोए फरीदा जे तू मेरा होए रहो सब जग तेरा होए। भाई जोगा सिंह सेवा बहुत औखी है सेवा नाम है सिवे दा। बहुत बंदे मनुख ऐसे ने जिहड़े सेवा भी करते ने। महाराज जी कहंदे चक्कर लगे चक्री नाले गारब बाद गल्लां करे कनेरियां खसम ना पाए साध। कहंदे गुरु दे घर दी सेवा जिहड़ी है ना गुर पीरां की चाकरी महाकरड़ी सुखसार नदर करे। गुरु ते पीरां दी कहंदे सेवा करनी बहुत औखी है। चाकरी तो भाव सेवा कहंदे करदा कौन है नदर करे जे अपनी तसलाए हेत प्यार जिहदे ते गुरु दी मेहर होगी नजर होगी। कहंदे सेवा वही करदा है हर कदे हिस्से विच नहीं आउंदी। बार बार अज बेनतियां करदे हुंदे संगरांद वाले दिन प्रसादे बनाउणे हैं कईयां ने चलो बीबियां भैणां हुंदा भी घर दा काम नवेड़ के छेती छेती फेर चलीए गुरुद्वारे। महाराज जी कहने नदर करे तिस अपनी जिसलाए हेत प्यार सतगुर की सेवा लग्या भव जल तरह संसार मन चिंदिया फल पाए सी अंतर विवेक विचार। भाई जोगा हुण सेवा कर लग गया
ਕਲਗੀਧਰ ਪਾਤਸ਼ਾਹ ਮੱਝ ਕਹਿਣ ਲੱਗੇ, ਜੋਗਿਆ ਜੇ ਤੂੰ ਇਸ ਉਮਰ ਵਿੱਚ ਸੇਵਾ ਕਰ ਲੱਗ ਜਾਵੇ ਨਾ, ਫਿਰ ਤੇਰਾ ਆਪਣਾ ਆਪ ਸਬਰ ਜੂ। ਜਦੋਂ ਮਨੁੱਖ ਨੇ ਆਪਣਾ ਆਪ ਸਵਾਰ ਲਿਆ, ਫਿਰ ਬਾਬਾ ਫਰੀਦ ਜੀ ਬੜੇ ਪਿਆਰ ਦੇ ਵਿੱਚ ਆ ਕੇ ਸਮਝਾਉਣਾ ਕਰਦੇ ਨੇ, ਜੇ ਤੂੰ ਆਪਣਾ ਆਪ ਸਵਾਰੇ ਸਭ ਜਗ ਤੇਰਾ ਹੀ ਹੋ ਜਾਵੇ। ਜੇ ਤੂੰ ਆਪਣਾ ਆਪ ਸਵਾਰੇ ਸਭ ਜਗ ਤੇਰਾ ਹੀ ਹੋ ਜਾਵੇ। ਜੇ ਤੂੰ ਆਪਣਾ ਆਪ ਸਵਾਰੇ ਸਭ ਜਗ ਤੇਰਾ ਹੋ ਜਾਵੇ। ਜੇ ਤੂੰ ਆਪਣਾ ਆਪ ਸਵਾਰੇ ਸਭ ਜਗ ਤੇਰਾ ਹੋ ਜਾਵੇ। ਆਪ ਸਵਾਰੇ ਸਭ ਜਗ ਤੇਰਾ ਹੀ ਹੋ ਜਾਵੇ। ਜੇ ਤੂੰ ਆਪਣਾ ਆਪ ਸਵਾਰੇ ਸਭ ਜਗ ਤੇਰਾ ਹੋ ਜਾਵੇ। ਸਭ ਜਗ ਤੇਰਾ ਹੀ ਹੋ ਜਾਵੇ। ਸਭ ਜਗ ਤੇਰਾ ਹੀ ਹੋ ਜਾਵੇ। ਤੇਰਾ ਹੀ ਹੋ ਜਾਵੇ। ਸਭ ਜਗ ਤੇਰਾ ਹੀ ਹੋ ਜਾਵੇ। ਤੇਰਾ ਹੋ ਜਾਵੇ। ਸਭ ਜਗ 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 ਤੇਰਾ ਹੀ ਹੋ ਜਾਵੇ। ਤੇਰਾ ਹੀ ਹੋ ਜਾਵੇ। ਸਭ ਜਗ ਤੇਰਾ ਹੀ ਹੋ ਜਾਵੇ। ਜੇ ਤੂੰ ਆਪਣਾ ਆਪ ਸਵਾਰੇ ਸਭ ਜਗ ਤੇਰਾ ਹੀ ਹੋ ਜਾਵੇ। ਆਪਣਾ ਆਪ ਸਵਾਰੇ ਸਭ ਜਗ ਤੇਰਾ ਹੀ ਹੋ ਜਾਵੇ। ਉਹ ਜੇ ਤੂੰ ਆਪਣਾ ਆਪ ਸਵਾਰੇ ਸਭ ਜਗ ਤੇਰਾ ਹੋ ਜਾਵੇ। ਜੇ ਤੂੰ ਆਪਣਾ ਆਪ ਸਵਾਰੇ ਸਭ ਜਗ ਤੇਰਾ ਹੋ ਜਾਵੇ। ਆਪ ਸਵਾਰੇ ਸਭ ਜਗ ਤੇਰਾ ਹੀ ਹੋ ਜਾਵੇ। ਜੇ ਤੂੰ ਆਪਣਾ ਆਪ ਸਵਾਰੇ ਸਭ ਜਗ ਤੇਰਾ ਹੀ ਹੋ ਜਾਵੇ। ਭਾਈ ਮਹਾਂ ਸਿੰਘ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਜਾ ਕੇ ਸੇਵਾ ਕਰਦਾ। ਇੱਧਰ ਭਾਈ ਜੋਗਾ ਸੇਵਾ ਦੇ ਵਿੱਚ ਜੁੜ ਗਿਆ। ਅਵਸਥਾ ਛੋਟੀ ਹੈ। ਭੱਜ ਭੱਜ ਕੇ ਭਾਈ ਜੋਗਾ ਸੇਵਾ ਕਰਦਾ। ਮਹਾਰਾਜ ਬੜੇ ਖੁਸ਼ ਹਨ। ਇੱਕ ਇੱਕ ਬਰਤਨ ਨੂੰ ਕਿੰਨਾ ਸਮਾਂ ਲਾ ਦਿੰਦਾ ਮਾਂਜਣ ਵਾਸਤੇ। ਬਰਤਨਾਂ ਦੀ ਸੇਵਾ ਸੰਪੂਰਨ ਹੁੰਦੀ ਹੈ। ਫਿਰ ਭਾਈ ਜੋਗਾ ਝਾੜੂ ਚੁੱਕ ਲੈਂਦਾ ਹੈ। ਜਿੱਧਰੋਂ ਸੰਗਤ ਆਉਂਦੀ ਹੈ ਉਧਰ ਨੂੰ ਭਾਈ ਜੋਗਾ ਫਿਰ ਝਾੜੂ ਮਾਰ ਲੱਗ ਜਾਂਦਾ ਹੈ। ਇਸੇ ਤਰ੍ਹਾਂ ਭਾਈ ਮਹਾਂ ਸਿੰਘ ਜੀ ਵੀ ਗੁਰੂ ਘਰ ਦੇ ਵਿੱਚ ਬੇਅੰਤ ਸੇਵਾ ਕਰਦਾ ਹੈ। ਬਰਤਨ ਸਾਫ਼ ਕਰਦਾ ਹੈ। ਆਪਣਾ ਆਪ ਆਪਣਾ ਅੰਤਸ਼ਕਰਨ ਸਵਾਰਦਾ ਹੈ। ਮਹਾਰਾਜ ਜੀ ਵੇਖ ਕੇ ਬੜੇ ਖੁਸ਼ ਹੁੰਦੇ ਨੇ। ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ। ਸੁੱਧ ਬੁੱਧ ਦਾ ਪਤਾ ਹੀ ਨਹੀਂ ਹੈ। ਐ ਚੌਂਕੜਾ ਮਾਰ ਲੈਂਦਾ, ਭਾਂਡੇ ਮਾਂਜ ਇੱਕ ਪਾਸੇ ਰੱਖੀ ਜਾਂਦਾ ਹੈ। ਫਿਰ ਉਹਨਾਂ ਨੂੰ ਕੱਪੜੇ ਨਾਲ ਸਾਫ਼ ਕਰਦਾ। ਭਾਈ ਮਹਾਂ ਸਿੰਘ ਨਾ ਰੋਟੀ ਖਾਣ ਦੀ ਨਾ ਚਾਹ ਪੀਣ ਦੀ ਕੋਈ ਮਨ ਵਿੱਚ ਇੱਛਾ ਹੀ ਨਹੀਂ ਹੈ। ਧੰਨ ਭਾਈ ਮਹਾਂ ਸਿੰਘ ਜੀ ਦਾ ਜੀਵਨ ਵੇਖ ਕੇ ਫਿਰ ਵਿਦਵਾਨ ਲਿਖਦਾ ਉਹ ਕੀ ਕਹਿੰਦੇ, ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ। ਲੋਕਾਂ ਨੂੰ ਕੀ ਪਤਾ ਕਿੱਥੇ ਫਕਰ ਵਿਰਾਜਦੇ। ਸੁਨ ਤੇ ਸਮਾਧ ਲੱਗੀ ਨਾਲ ਪਰਮਾਤਮਾ ਦੇ। ਦੁਨੀਆ ਕੀ ਜਾਣੇ ਸਾਧੂ ਸੁੱਤਿਆ ਕੇ ਜਾਗਦੇ। ਹੱਥ ਤਸਵੀਨਾ ਮਾਲਾ ਭੇਖ ਭਗਵਾਨਾ ਕਾਲਾ। ਕੋਈ ਸੁਨ ਸਰੀਅਤ ਕਿਛ ਕੰਮ ਨਾ ਨਵਾਜਦੇ। ਲੋਕ ਬੇਗਿਆਤ ਮੁੱਲ ਪਾਮਦੇ ਪਖੰਡੀਆਂ ਦਾ। ਬਿਰਲੇ ਸਰੋਤੇ ਕੋਈ ਫਕਰਾਂ ਦੇ ਰਾਗਦੇ। ਧੰਨ ਭਾਈ ਮਹਾਂ ਸਿੰਘ ਗੁਰੂ ਦੇ ਘਰ ਦੇ ਵਿੱਚ ਸੇਵਾ ਕਰਦਾ, ਅਤਿਅੰਤ ਸੇਵਾ ਕਰਦਾ। ਗੁਰੂ ਦੀ ਖੁਸ਼ੀ ਲੈਣ ਵਾਸਤੇ ਮੈਨੂੰ ਗੁਰੂ ਦੀ ਖੁਸ਼ੀ ਮਿਲ ਜਾਵੇ। ਫਿਰ ਮਹੀਨਾ 2 ਮਹੀਨੇ ਸੇਵਾ ਕਰਕੇ ਆਪਣੇ ਘਰ ਭਾਈ ਮਹਾਂ ਸਿੰਘ ਚਲਿਆ ਜਾਂਦਾ ਹੈ ਤੇ ਗੁਰੂ ਦੀ ਮੋਹਰ ਲਵਾਉਂਦਾ ਹੈ। ਸੱਚੇ ਪਾਤਸ਼ਾਹ ਤੁਹਾਡੇ ਇੱਕ ਵਾਰੀ ਮੈਂ ਉਸ ਹਿਰਦੇ ਵਿੱਚ ਆਪਣਾ ਚੌਂਕੜਾ ਮਾਰ ਕੇ ਬੈਠਣਾ। ਆਪਣੀ ਭਗਤੀ ਲਾਏ ਨਾਨਕੀ ਪ੍ਰਬੇਨਤੀ
अपनी भगती लाए। मैं बड़े द्वारे दूर दूर तक जाके ਉਹ ਕਿਹੜਾ ਦਾਰਾ ਮੈਂ ਜਿੱਥੇ नहीं गया, ਕਾਹਦੇ ਵਾਸਤੇ? ਇੱਕ ਪੁੱਤਰ ਦੀ ਦਾਤ ਵਾਸਤੇ। ਵੀ ਸਾਡੇ ਘਰ ਦੇ ਵਿੱਚ ਕਿਉਂ ਲੋਕ ਗਵਾਂਢੀ ਵੀ ਬੜਾ ਕੁਝ ਬੋਲਦੇ ਨੇ, ਜਿਸ ਘਰ ਦੀਵਾ ਨਾ ਬਲੇ ਨਾ ਘਰ ਖੇਡੇ ਬਾਲ, ਉਸ ਘਰ ਕਾ ਕਿਆ ਦੰਜਣਾ ਜੋ ਆਪ ਦੰਜਿਆ ਕਰਤਾਰ। ਕਹਿੰਦੇ ਸੱਚੇ ਪਾਤਸ਼ਾਹ ਸਾਡੇ ਘਰ ਨੂੰ ਲੋਕ ਬੜਾ ਕੁਝ ਬੋਲਦੇ ਨੇ, ਸਾਨੂੰ ਔਤ ਤੱਕਰ ਵੀ ਬੋਲਦੇ ਨੇ ਵੀ ਔਤ ਨਹੀਂ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਮਹਾਂ ਸਿੰਘ ਦੇ ਉੱਤੇ ਮਿਹਰ ਦੀ ਨਜ਼ਰ ਪਾਈ, ਜਿਹਦੇ ਉੱਤੇ ਮਿਹਰ ਦੀ ਨਜ਼ਰ ਗੁਰੂ ਦੀ ਪੈ ਜਾਵੇ ਨਾ, ਫਿਰ ਮਹਾਰਾਜ ਜੀ ਕਹਿੰਦੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਅਸੀਂ ਤਾਂ ਰੋਜ਼ ਵੇਖਦੇ ਹਾਂ ਗੁਰੂ ਨੂੰ ਆ ਕੇ, ਰੋਜ਼ ਨਮਸਕਾਰ ਕਰਦੇ ਹਾਂ, ਕਿਤੇ ਭੋਗ ਤੇ ਜਾਂਦੇ ਉੱਥੇ ਵੀ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਆਂ, ਅਸੀਂ ਵੇਖਦੇ ਆਂ। ਪਰ ਜਿੱਦੇ ਕਿਤੇ ਗੁਰੂ ਨੇ ਤੁਧ ਤੋਂ ਭਾਵ ਜਿੱਤੇ ਗੁਰੂ ਨੇ ਵੇਖ ਲਿਆ, ਤੁਧ ਡਿੱਠੇ ਸੱਚੇ ਪਾਤਸ਼ਾਹ, ਜੇ ਸਾਨੂੰ ਕਿਤੇ ਗੁਰੂ ਨੇ ਆਪਣੀਆਂ ਮਿਹਰਾਂ ਦੇ ਨਾਲ ਸਾਡੇ ਉੱਤੇ ਮਿਹਰ ਦੀ ਨਜ਼ਰ ਪਾ ਦਿੱਤੀ ਨਾ, ਫਿਰ ਕੀ ਹੋਊਗਾ? ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਸਾਡੀ ਫਿਰ ਜਨਮਾਂ ਜਨਮਾਂ ਦੀ ਜਿਹੜੀ ਬੈਲ ਹੈ ਮਹਾਰਾਜ ਜੀ ਨੇ ਉਹ ਕੱਟ ਦੇਣੀ ਹੈ। ਭਾਈ ਮਹਾਂ ਸਿੰਘ ਹੁਣ ਆਪਣੇ ਘਰ ਆਇਆ, ਆ ਕੇ ਅਰਜ ਕਰੀ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਜਾ ਕੇ ਦੋਨੇ ਪੁੱਤਰਾਂ ਨੂੰ ਲੈ ਕੇ ਜਾਣਾ ਹੈ। ਜਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਉਣੀ ਹੈ। ਉਹ ਬੀਬੀ ਕਹਿਣ ਲੱਗੀ ਮੈਂ ਤਾਂ ਜਿਹੜਾ ਨਾ ਉਹ ਲਾਲਾਂ ਵਾਲੇ ਦਾ ਰੋਟ ਸੁੱਖਿਆ ਹੋਇਆ, ਪਹਿਲਾਂ ਮੈਂ ਉਹ ਦੇ ਕੇ ਆਉਣਾ ਹੈ। ਮਹਾਰਾਜ ਜੀ ਕਹਿਣ ਲੱਗੇ, ਭਾਈ ਮਹਾਂ ਸਿੰਘ ਕਹਿਣ ਲੱਗਿਆ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੋਲੇ ਜਾਣਾ ਹੈ। ਚਲੋ ਆਪਸ ਵਿੱਚ ਟਕਰਾਅ ਹੁੰਦਾ ਰਿਹਾ, ਕਾਫੀ ਘਰ ਦੇ ਵਿੱਚ ਤਣਾਅਪੂਰਨ ਹੋ ਗਿਆ। ਵਕਤ ਅਖੀਰ ਭਾਈ ਮਹਾਂ ਸਿੰਘ ਜੀ ਜਿੱਤ ਗਏ, ਲੈ ਕੇ ਦੋਨੋਂ ਬੱਚਿਆਂ ਨੂੰ, ਘਰ ਵਾਲੀ ਬੀਬੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਕੰਨੀ ਤੁਰੇ ਜਾਂਦੇ ਨੇ। ਉਹ ਚਲੋ ਗੁਰੂ ਦੇ ਜਾ ਕੇ ਦਰਸ਼ਨ ਕਰਾਂਗੇ, ਜਿਹੜਾ ਗੁਰੂ ਸਾਰਿਆਂ ਦੀਆਂ ਝੋਲੀਆਂ ਭਰਦਾ ਹੈ। ਹੌਲੀ ਹੌਲੀ ਤੁਰੇ ਜਾਂਦੇ ਨੇ, ਰਸਤਾ ਜਿਹੜਾ ਉਹ ਬੜਾ ਵਿਖਰਾ ਸੀ। ਭਾਈ ਮਹਾਂ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਨੇੜੇ ਪਹੁੰਚੇ, ਅੱਗੇ ਸਤਲੁਜ ਹੈ, ਸਤਲੁਜ ਦੇ ਵਿੱਚ ਬੇੜੇ ਨੇ, ਉਹਨਾਂ ਬੇੜਿਆਂ ਦੇ ਵਿੱਚ ਬੈਠ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਇਆ ਜਾਂਦਾ ਹੈ। ਰਸਤੇ ਵਿੱਚ ਕੋਈ ਪੁਲ ਨਹੀਂ ਹੈ, ਪਰ ਉੱਥੇ 20 25 50 ਮੁਸਾਫਰ ਕੱਲ੍ਹ ਇਕੱਠੇ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਉਹ ਬੇੜੇ ਵਾਲਾ ਬਿਠਾ ਕੇ, ਜਿਵੇਂ ਭਾਈ ਸੈਦਾ ਮਲਾਹ ਹੋਇਆ, ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਿੱਖ ਭਾਈ ਸੈਦਾ ਮਲਾਹ, ਘਰ ਵਿੱਚ ਗਰੀਬੀ ਬੜੀ ਸੀ, ਪਰ ਕਈ ਮਨੁੱਖ ਗਰੀਬੀ ਹੁੰਦਿਆਂ ਵੀ ਚੜ੍ਹਦੀ ਕਲਾ ਵਾਲੇ ਬਚਨ ਕਰਨਗੇ, ਕਈ ਸਭ ਕੁਝ ਹੁੰਦਿਆਂ ਹੋਇਆਂ ਵੀ ਕਹਿਣਗੇ ਬਸ ਕੁਛ ਨਹੀਂ ਹੈ, ਬਹੁਤੇ ਜ਼ਿਆਦਾ ਔਖੇ ਹੈ। ਮਹਾਰਾਜ ਜੀ ਕਹਿਣ ਲੱਗੇ ਇਹ ਜਿਹੜਾ ਧਨ ਪਦਾਰਥ ਨਾਲ ਸੁੱਖ ਨਹੀਂ ਖਰੀਦਿਆ ਜਾ ਸਕਦਾ। ਧਨ ਪਦਾਰਥ ਜ਼ਰੂਰ ਆ ਜਾਂਦਾ ਹੈ, ਪਰ ਧਨ ਦੇ ਨਾਲ ਮਹਾਰਾਜ ਜੀ ਕਹਿੰਦੇ ਸੁੱਖ ਨਹੀਂ ਖਰੀਦਿਆ ਜਾ ਸਕਦਾ। ਸੁੱਖ ਨਹੀਂ ਬਹੁਤੇ ਧਨ ਖਾਟੇ, ਕਹਿੰਦੇ ਬਹੁਤੇ ਧਨ ਵਾਲੇ ਜੇ ਸੁੱਖ ਧਨ ਦੇ ਨਾਲ ਖਰੀਦਿਆ ਜਾਂਦਾ ਨਾ, ਉਹ ਖਰੀਦ ਸਕਦੇ ਸੀ। ਪਰ ਮਹਾਰਾਜ ਜੀ ਕਹਿੰਦੇ ਜੇ ਤੂੰ ਸੁੱਖ ਚਾਹੁੰਦਾ ਨਾ, ਫਿਰ ਤੈਨੂੰ ਇੱਕੋ ਹੀ ਕੰਮ ਕਰਨਾ ਪਊਗਾ, ਉਹ ਕੀ? ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਪਊਗਾ। ਫਿਰ ਇੱਕ ਨਹੀਂ, ਇਸ ਰੱਬ ਦੇ ਘਰ ਦੇ ਵਿੱਚ ਅਨੇਕਾਂ ਹੀ ਸੁੱਖ ਨੇ, ਅਨੇਕਾਂ ਹੀ, ਪਰ ਗੱਲ ਇਹ ਹੈ ਦੁਕਾਨ ਤੇ ਚਲੇ ਜਾਓ, ਮਠਿਆਈ ਦੀ ਦੁਕਾਨ ਉੱਤੇ ਜਾ ਕੇ ਤੁਸੀਂ ਉੱਥੇ ਪੈਸੇ ਰੱਖ ਦਿਓ, ਚੰਗੇ ਵਧੀਆ ਪੈਸੇ ਰੱਖ ਕੇ ਉਹਨੂੰ ਕਹੋ ਵੀ ਸਾਨੂੰ ਵਧੀਆ ਗਾਡਰ, ਵਧੀਆ ਸਰੀਆ ਦੇ ਦੇ, ਸੀਮੈਂਟ ਦੇ ਦੇ, ਰੇਤਾ ਦੇ ਦੇ, ਬਜਰੀ ਦੇ ਦੇ,
ਹਲਵਾਈ ਵੀ ਹੱਥ ਬੰਨ੍ਹ ਕੇ ਆਖੂਗਾ ਮੇਰੇ ਕੋਲੇ ਇਹ ਵਸਤੂ ਨਹੀਂ ਹੈ, ਮੇਰੇ ਕੋਲੇ ਤਾਂ ਕੇਵਲ ਤੇ ਕੇਵਲ ਇੱਕ ਮਠਿਆਈ ਹੈ, ਜਿਹੜੇ ਪ੍ਰਕਾਰ ਦੀ ਮਰਜ਼ੀ ਲੈ ਜਾ ਤੇਰੇ ਵਾਸਤੇ ਹਾਜ਼ਰ ਹੈ। ਹੁਣ ਕੱਪੜੇ ਵਾਲੀ ਦੁਕਾਨ ਉੱਤੇ ਜਾ ਕੇ ਪੈਸੇ ਚੋਖੇ ਧਰ ਦੋ, ਉੱਥੇ ਕਹੋ ਵੀ ਸਾਨੂੰ ਵਧੀਆ ਤੋਂ ਵਧੀਆ ਮਠਿਆਈ ਪਾ ਦਿਓ, ਕਹੂਗਾ ਕੱਪੜੇ ਲੈ ਜਾਓ ਜਿੰਨੇ ਮਰਜ਼ੀ, ਪਰ ਇਹ ਵਸਤੂ ਮੇਰੇ ਕੋਲੇ ਨਹੀਂ ਹੈ। ਰੱਬ ਦੇ ਘਰ ਦੇ ਵਿੱਚ ਆ ਕੇ ਇੱਕੋ ਹੀ ਵਸਤੂ ਮੰਗੀਏ, ਮਹਾਰਾਜ ਜੀ ਕਿਰਪਾ ਕਰ ਦਿਓ ਸਾਡੀ ਝੋਲੀ ਵਿੱਚ ਨਾਮ ਦੀਆਂ ਦਾਤਾਂ ਪਾ ਦਿਓ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ ਹਰਿਆ। ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕੋ ਇੱਕ ਨਾਮ ਦੀ ਦਾਤ ਹੈ। ਦੁਨਿਆਵੀ ਵਸਤੂਆਂ ਮੰਗਦੇ ਆ, ਮਹਾਰਾਜ ਜੀ ਕਹਿੰਦੇ ਦੇ ਦੂਗਾ ਰੱਬ, ਐਸੀ ਗੱਲ ਨਹੀਂ ਹੈ। ਤੇ ਤਾਂ ਤੇਰੇ ਪ੍ਰਲੱਭ ਤੇ ਜਿਹੜਾ ਕੁਝ ਲਿਖਿਆ ਹੋਇਆ ਤੈਨੂੰ ਮਿਲ ਹੀ ਜਾਣਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੂੰ ਆ ਕੇ ਇੱਕੋ ਹੀ ਚੀਜ਼ ਬਸ ਮੰਗ ਲਾ, ਉਹਦੇ ਵਿੱਚ ਸਾਰੀਆਂ ਜਿਵੇਂ ਹਾਥੀ ਦੀ ਪੈੜ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ। ਐ ਮਨੁੱਖ ਕਿਤੇ ਚਲਣਾ ਦੇ ਵਿੱਚ ਆ ਕੇ ਗੁਰੂ ਦੇ ਚਲਣਾ ਵਿੱਚ ਇਹ ਗੱਲ ਕਹਦੇ ਸੱਚੇ ਪਾਤਸ਼ਾਹ। ਮਹਾਰਾਜ ਜੀ ਕਹਿਣ ਲੱਗੇ ਆ ਦਾਤ ਮੰਗ, ਨਾਨਕ ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ, ਮਨ ਮਨ ਜੀਵੈ ਹਰਿਆ। ਸਤਿਗੁਰੂ ਜੀ ਕਹਿਣ ਲੱਗੇ ਪਰਮਾਤਮਾ ਦੇ ਦਰ ਦੇ ਵਿੱਚ ਜਿਹੜੀ ਵਸਤੂ ਹੈ ਉਹਨੂੰ ਜਿਹੜਾ ਉਹ ਲੈਣਾ ਚਾਹੀਦਾ ਹੈ। ਪਰ ਜੀ ਕਹਦੇ ਇੱਥੇ ਸੁੱਖ ਵੀ ਹੈ, ਇੱਥੇ ਸਭ ਕੁਝ ਹੀ ਹੈ, ਪਰ ਮੰਗਣ ਦਾ ਢੰਗ ਹੋਵੇ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ, ਨਾਮ ਹਰ ਸੋਭਾ ਚਿੰਤਾ ਲਾਹੇ ਮਾਰੀ। ਇਹ ਗੁਰੂ ਜੀ ਦਾ ਪਵਿੱਤਰ ਫਰਮਾਨ ਹੈ। ਕਦੇ ਸਤਿਗੁਰੂ ਦੇ ਚਰਨਾਂ ਵਿੱਚ ਆਉਣ ਸਾਰ ਪ੍ਰਾਪਤ ਕੀ ਹੋਊ? ਪਹਿਲਾਂ ਸੁੱਖ ਪ੍ਰਾਪਤ ਹੋਊਗਾ। ਜਿਸ ਸੁੱਖ ਵਾਸਤੇ ਮਨੁੱਖ ਕਿਤੇ ਕੋਈ ਕਿਤੇ ਫਿਰਦਾ, ਕੋਈ ਕਿਤੇ ਫਿਰਦਾ, ਕੋਈ ਪਹਾੜਾਂ ਵਿੱਚ ਫਿਰਦਾ, ਕੋਈ ਜਹਾਜ਼ਾਂ ਵਿੱਚ ਸੁੱਖ ਲੱਭਦਾ ਫਿਰਦਾ। ਮਹਾਰਾਜ ਜੀ ਕਹਿੰਦੇ ਉੱਥੇ ਨਹੀਂ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ, ਸਭ ਤੋਂ ਪਹਿਲਾਂ ਤੈਨੂੰ ਇਹੀ ਸੁੱਖ ਦੀ ਦਾਤ ਪ੍ਰਾਪਤ ਹੋਗੀ। ਫਿਰ ਮਿਲੈ ਸੂਖ ਨਾਮ, ਫਿਰ ਪਰਮਾਤਮਾ ਦਾ ਨਾਮ ਮਿਲ ਗਿਆ। ਮਿਲੈ ਸੂਖ ਨਾਮ ਹਰ ਸੋਭਾ, ਜੇ ਤੂੰ ਹਰੀ ਦੇ ਨਾਮ ਦੇ ਨਾਲ ਜੁੜ ਗਿਆ, ਮਹਾਰਾਜ ਜੀ ਕਹਿੰਦੇ ਫਿਰ ਤੇਰੀ ਜਗ ਸੰਸਾਰ ਦੇ ਵਿੱਚ ਸੋਭਾ ਹੋਣੀ ਹੈ, ਜ਼ਰੂਰ ਹੋਣੀ ਹੈ। ਪਰ ਜਿੰਨਾ ਚਿਰ ਕਿਤੇ ਹਜੇ ਜੁੜਿਆ ਹੀ ਨਹੀਂ, ਜਦੋਂ ਜੁੜ ਗਿਆ ਫਿਰ ਰੱਬ ਦੇ ਘਰ ਦੇ ਵਿੱਚ ਸਭ ਕੁਝ ਹੀ ਹੈ। ਮਹਾਰਾਜ ਜੀ ਕਹਿੰਦੇ ਜੋ ਮੰਗੈ ਠਾਕਰ ਆਪਣੇ, ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਆਓ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਇੱਕ ਫੱਗਣ ਦੀ ਸੰਗਰਾਂਦ ਹੈ। ਸੋ ਗੁਰੂ ਦੇ ਘਰ ਦੇ ਵਿੱਚ 12 ਮਾਹ ਦੇ ਪਾਠ ਹੋਣਗੇ, ਫਿਰ ਗੁਰੂ ਦਾ ਲੰਗਰ ਤਿਆਰ ਹੋਵੇਗਾ। ਤਕਰੀਬਨ 10:30 ਵਜੇ ਜਿਹੜੀ ਸੰਪੂਰਨਤਾ ਦੀ ਅਰਦਾਸ ਹੋ ਜਾਣੀ ਹੈ। ਸਰਬ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਗੁਰੂ ਘਰ ਦੇ ਵਿੱਚ ਬੇਅੰਤ ਸੰਗਤਾਂ ਨੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਹਾਜ਼ਰੀਆਂ ਭਰੀਆਂ ਨੇ। ਸਰਬ ਸੰਗਤਾਂ ਦਾ ਬਹੁਤ ਬਹੁਤ ਧੰਨ। ਤਕਰੀਬਨ 2 ਮਹੀਨਿਆਂ ਤੋਂ ਪੋਹ ਤੇ ਮਾਘ 2 ਮਹੀਨਿਆਂ ਤੋਂ ਸੰਗਤਾਂ ਨੇ ਸੇਵਾ ਕਰੀ ਹੈ ਚਾਹ ਦੇ ਲੰਗਰ ਦੀ। ਸਰਬਤ ਸੰਗਤ ਵਾਸਤੇ ਭਾਈ ਮਹਾਰਾਜ ਕਿਰਪਾ ਕਰੇ, ਚੜ੍ਹਦੀ ਕਲਾ ਵਾਲ ਜੀਵਨ ਬਖਸ਼ਿਸ਼ ਕਰੇ ਸਾਰਿਆਂ ਨੂੰ। ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਇੱਕ ਤਿਲ ਨਹੀਂ ਭੰਨਣਾ ਘੱਲ ਹੈ, ਉਹ ਗੁਰੂ ਦੇ ਘਰ ਦੇ ਵਿੱਚ ਕੋਈ ਤਿਲਕ ਜਿੰਨੀ ਵੀ ਸੇਵਾ ਕਰ ਦੇਵੇ ਨਾ, ਤੇ ਉਹਦੀ ਵੀ ਜਿਹੜੀ ਉਹ ਵਸਤੂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਝੋਲੀ ਵਿੱਚ ਪਾ ਦਿੰਦੇ ਨੇ। ਤੇ ਧੰਨ ਗੁਰੂ ਨਾਨਕ ਸਭ ਨੂੰ ਜਾਣੀ ਜਾਣ ਨੇ, ਸਭ ਬਾਰੇ ਪਤਾ ਉਹਨਾਂ ਨੂੰ ਵੀ ਕਿੰਨੀ ਕੁ ਸੇਵਾ ਕਿਹਨੇ ਕਰੀ ਹੈ, ਕਿੰਨੀ ਕਿਹਨੇ ਕਰੀ ਹੈ। ਉਹ ਦਰਗਾਹ ਦੇ ਵਿੱਚ ਮਹਾਰਾਜ ਜੀ ਕਹਿੰਦੇ ਹਰੀ ਹੈ, ਤੇ ਉਸ ਦਰਗਾਹ ਦੇ ਵਿੱਚ ਜਾ ਕੇ ਪਰਮਾਤਮਾ ਦੀ ਪਾਵਨ ਪਿੱਤਰ ਗੋਦ ਦੇ ਵਿੱਚ ਜਾ ਕੇ ਉਹ ਸੇਵਾ ਦਾ ਜ਼ਰੂਰ ਉਹ ਫਲ ਪ੍ਰਾਪਤ ਹੋਵੇਗਾ। ਬਹੁਤ ਸੰਗਤਾਂ ਨੇ ਸੇਵਾ ਕਰੀ ਹੈ, ਸਾਰਿਆਂ ਦੀ ਧੰਨਵਾਦ ਹੈ। ਸੋ ਬੇਨਤੀ ਪ੍ਰਵਾਨ ਕਰਿਓ ਭਾਈ। ਭੋਗ ਤੋਂ ਉਪਰੰਤ ਫਿਰ ਲੰਗਰ ਗੁਰੂ ਦਾ ਤਿਆਰ ਹੋਣ ਲੱਗ ਜਾਣਾ ਹੈ।
ਬੀਬੀਆਂ ਭੈਣਾਂ ਨੂੰ ਬੇਨਤੀ ਹੈ, ਸਮੇਂ ਵਿੱਚੋਂ ਸਮਾਂ ਕੱਢ ਕੇ ਦੇਖੋ, ਸਮਾਂ ਤਾਂ ਨਹੀਂ ਨਿਕਲਦਾ ਹੁੰਦਾ, ਪਰ ਜਿਹੜਾ ਉਹ ਕੰਮ ਨੂੰ ਪਿੱਛੇ ਸੁੱਟ ਕੇ ਨਾ ਵੀ ਚੱਲ ਇਹ ਫੇਰ ਹੋ ਜਾਊਗਾ, ਪਹਿਲਾਂ ਗੁਰੂ ਦੇ ਘਰ ਦਾ, ਗੁਰੂ ਦਾ ਘਰ ਹੈ, ਕਿਸੇ ਮਨੁੱਖ ਦਾ ਕੱਲੇ ਦੁਕੱਲੇ ਦਾ ਨਹੀਂ ਹੈ ਵੀ ਕਿਸੇ ਇੱਕ ਬੰਦੇ ਦਾ ਘਰ ਹੈ, ਇੱਥੇ ਨਹੀਂ, ਇਹ ਘਰ ਗੁਰੂ ਦਾ, ਕਿਉਂਕਿ ਗੁਰੂ ਦਾ ਪ੍ਰਕਾਸ਼ ਹੈ, ਗੁਰੂ ਦਾ ਘਰ ਹੈ, ਨਾ ਕਿਸੇ ਬਾਬੇ ਦਾ, ਨਾ ਕਿਸੇ ਸ਼ਹੀਦ ਦਾ, ਨਾ ਕਿਸੇ ਹੋਰ ਦਾ ਨਹੀਂ, ਇਹ ਕੇਵਲ ਤੇ ਕੇਵਲ ਗੁਰੂ ਸਾਹਿਬ ਪ੍ਰਕਾਸ਼ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਐਵੇਂ ਮਨੁੱਖ ਤਾਂ ਬਸ ਅੱਖ ਵਿੱਚ ਡਾਂਗਾ ਮਾਰਦਾ ਫਿਰਦਾ ਹੈ, ਮਿਲਣਾ ਕੁਛ ਨਹੀਂ, ਪਰ ਮਿਲੂ ਕਿੱਥੇ ਜੇ ਤੂੰ ਉਸ ਗੁਰੂ ਦੇ ਪਿੱਤਰ ਚਰਨਾਂ ਦੇ ਵਿੱਚ ਆ ਕੇ ਇੱਕ ਕੰਮ ਕਰ ਲੇਗਾ। ਜੇ ਨਿਮਰਤਾ ਧਾਰ ਲਈ ਨਾ, ਮਨ ਵਿੱਚ ਨਿਮਰਤਾ ਆ ਗਈ, ਫਿਰ ਤਾਂ ਇਹ ਗੇਟ ਹੈਗੇ ਨੇ ਖੁੱਲੇ। ਜੇ ਕੋਈ ਨਿਮਰਤਾ ਧਾਰ ਕੇ ਨਾ ਆਇਆ, ਹੋਰ ਹੰਕਾਰ ਦੇ ਵਿੱਚ ਆਇਆ, ਮਹਾਰਾਜ ਜੀ ਕਹਿੰਦੇ ਫਿਰ ਇਹ ਗੇਟ ਬੰਦ ਵੀ ਹੋ ਜਾਂਦੇ ਨੇ, ਅੰਦਰ ਵੀ ਬੰਦ ਕਰ ਲੈਂਦਾ। ਪਰਮਾਤਮਾ ਦੇ ਵਿੱਚ ਬੜੀ ਵੱਡੀ ਸ਼ਕਤੀ ਹੈ, ਤਾਕਤ ਹੈ। ਬਾਬਾ ਫਰੀਦ ਜੀ ਕਹਿਣ ਲੱਗੇ ਫਿਰ ਪਰਮਾਤਮਾ ਮਿਲ ਜਾਂਦਾ ਜੇ ਤੂੰ ਆਪਣਾ ਹਿਰਦਾ ਅੰਤਸ਼ਕਰਨ ਸਵਾਰ ਲਵੇ, ਫਿਰ ਉਹ ਰੱਬ ਤੇਥੋਂ ਦੂਰ ਨਹੀਂ। ਪਰ ਵੇਖਣ ਵਿੱਚ ਹੀ ਫਰਕ ਹੈ ਪਰਮਾਤਮਾ ਨੂੰ। ਜਿੱਦੇ ਕਿਤੇ ਰੱਬ ਨੇ ਸਾਨੂੰ ਵੇਖ ਲਿਆ, ਫਿਰ ਸਾਡੇ ਜਨਮਾਂ ਦੇ ਪਾਪ ਜਿਹੜੇ ਉਹ ਕੱਟੇ ਜਾਂਦੇ। ਬੇਨਤੀ ਪ੍ਰਵਾਨ ਕਰਿਓ ਭਾਈ, ਪ੍ਰਸ਼ਾਦਾ ਪਾਣੀ ਲੰਗਰ ਪਾਣੀ ਤਿਆਰ ਕਰਨਾ ਹੈ। 9 ਵਜੇ ਸਹੀ ਤਕਰੀਬਨ ਪਾਠ ਸ਼ੁਰੂ ਹੋ ਜਾਣਗੇ। 12 ਮਾਹਾਂ ਦੇ ਉਪਰੰਤ ਫਿਰ ਕੀਰਤਨ ਤੇ ਨਾਲ ਦੀ ਨਾਲ ਦਾ ਲੰਗਰ ਗੁਰੂ ਕਾ ਤਿਆਰ ਹੋਈ ਜਾਊਗਾ। ਸਹੀ 10:30 ਵਜੇ ਜਿਹੜੀ ਉਹ ਸੰਪੂਰਨਤਾ ਦੀ ਅਰਦਾਸ ਸਮਾਪਤੀ ਹੋ ਜਾਣੀ ਹੈ। ਜ਼ਰੂਰ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚ ਕੇ ਲਾਹੇ ਪ੍ਰਾਪਤ ਕਰਿਓ। ਰਾਮ ਕਲੀ ਮਹਲਾ ਤੀਜਾ, ਆਨੰਦ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸਿੱਧੀ, ਮਨ ਵਜੀਆਂ ਵਧਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ ਜੀ। ਤਾ ਗਾਵੋ ਹਰੀ ਕੇਰਾ, ਮਨ ਜੁਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੁਮ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ। ਨਾ ਗਲਾ ਸਮਰੱਥ ਸੁਆਮੀ, ਸੋ ਕੋ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਦਸ ਵਿਸਲਾਹਾਂ ਤੇਰੀ, ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ। ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਨਾਥ ਸੁਖ ਮਨੇ ਵਸਿਆ, ਜਿਨੀ ਇੱਛਾ ਸਭ ਜਾਈਆਂ। ਸਦਾ ਗੁਰਵਾਨ ਕੀਤਾ ਗੁਰ ਵਿਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰੋ ਸੱਚਾ। ਨਾਮ ਮੇਰਾ ਆਧਾਰੋ, ਆਜੇ ਪੰਜ ਸ਼ਬਦ ਦਿਤ ਘਰ ਚ ਪਾਗੈ। ਸਚ ਬਾਕੈ ਸ਼ਬਦ ਬਾਜੇ, ਕਲਾ ਜਿਤ ਕਰ ਤਾਰਿਆ। ਪੰਜ ਦੂਤ ਤੁਰ ਬਸ ਕੀਤੇ, ਕਾਲ ਗੰਡਕ ਮਾਰਿਆ। ਕਰਮ ਪਾਇਆ ਤੁਧ ਜਨ ਕੋ, ਸੇ ਨਾ ਮਰ ਕੈ ਲਾਗੇ। ਨਾਨਕ ਤੈ ਜੁਗੋ ਆਦਿਤ ਕਰ ਅਨੰਦ ਵਾਜੇ। ਨੰਦ ਸੁਨੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਜੀ ਉਤਰੇ ਸਗਲ ਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤੋ ਸਾਜਨ ਪੇ ਤਰਸੋ, ਪੂਰੇ ਗੁਰ ਤੇ ਜਾਣੀ। ਸੁਣਤੇ ਬਨੀਤ ਕਹਤੇ ਪਵਿੱਤ, ਸਤਿਗੁਰ ਆਪਰ ਪੂਰੇ। ਬੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਾਦ ਤੂਰੇ। ਪਵਨ ਗੁਰੂ ਪਾਣੀ, ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਦੋ ਦਾਈ ਦਾਇਆ, ਖੇਲੇ ਸਗਲ ਜਗਤੋ। ਆਈਆਂ ਬੁਰਾਈਆਂ
ਕਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ ਸ੍ਰੀ ਨਾਮ ਧਿਆਨ ਗਏ ਮੈਂ ਸਖਤ ਕਾਲ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।